ਜੀ ਅਸਲਾਮ ਵਾਲੇਕੁਮ ਦੋਸਤੋ, ਮੈਂ ਡਾਕਟਰ ਲਾਲਾ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦਾ ਸਾਡਾ ਟੌਪਿਕ ਹੈ ਕਿ ਫੈਟਰਿੰਗ ਦੇ ਜਾਨਵਰ ਕਿਸ ਤਰ੍ਹਾਂ ਪਰਚੇਜ਼ ਕੀਤੇ ਜਾਣ, ਉਹਨਾਂ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ, ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ ਨੇ। ਲੈਣ ਤੋਂ ਪਹਿਲੇ ਜਾਨਵਰ ਸਾਨੂੰ ਕਿਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ, ਸਾਡੀ ਕੀ ਪਲੈਨਿੰਗ ਹੋਣੀ ਚਾਹੀਦੀ। ਜਾਨਵਰ ਖਰੀਦਣ ਲੱਗਿਆਂ ਸਾਨੂੰ ਕਿਸ ਵਜ਼ਨ ਦੇ ਜਾਨਵਰਾਂ ਨੂੰ ਫੋਕਸ ਕਰਨਾ ਚਾਹੀਦਾ ਹੈ, ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਾਂਗੇ। ਆਇਆ ਕਿ ਸਾਨੂੰ ਫੈਟਰਿੰਗ ਦੇ ਜਾਨਵਰ ਲੈਣਗੇ, ਇਹੋ ਜਿਹੇ ਜਾਨਵਰ ਖਰੀਦਣੇ ਚਾਹੀਦੇ ਨੇ ਜਿਹੜੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ, ਜਿਨ੍ਹਾਂ ਦੀ ਮੈਡੀਸਨ 'ਤੇ ਬਹੁਤ ਜ਼ਿਆਦਾ ਖਰਚਾ ਹੋਵੇ, ਖੁਰਾਕ 'ਤੇ ਬਹੁਤ ਜ਼ਿਆਦਾ ਖਰਚਾ ਹੋਵੇ, ਜਾਂ ਫਿਰ ਇਸ ਤਰ੍ਹਾਂ ਦੇ ਜਾਨਵਰ ਜਿਨ੍ਹਾਂ ਦੀ ਤਿਆਰੀ ਬਹੁਤ ਈਜ਼ੀ ਹੋਵੇ, ਜਿਨ੍ਹਾਂ ਦੀ ਮੈਡੀਸਨ 'ਤੇ ਜ਼ਿਆਦਾ ਖਰਚ ਨਾ ਹੋਵੇ। ਇਨਸ਼ਾਅੱਲਾ ਤੁਹਾਨੂੰ ਅੱਜ ਤੁਹਾਡੇ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਪਹਿਲੇ ਮੈਂ ਤੁਹਾਨੂੰ ਹਲਕਾ ਜਿਹਾ ਓਵਰਵਿਊ ਦੇ ਦਾਂ ਕਿ ਇੰਟਰਨੈਸ਼ਨਲ ਲੈਵਲ 'ਤੇ ਕਿਹੜੇ ਫੈਟਰਿੰਗ ਦੇ ਵਾਸਤੇ ਬਰੀਡਰ ਜਾਂ ਬੁੱਲ ਜਾਂ ਜਾਨਵਰ ਯੂਜ਼ ਹੁੰਦੇ ਨੇ। ਬੈਲਜੀਅਮ ਬਲੂ ਹੈ ਸਭ ਤੋਂ ਪਹਿਲੇ, ਜਿਹੜਾ ਕਿ ਬੈਲਜੀਅਮ ਤੋਂ ਬਿਲੋਂਗ ਕਰਦਾ ਹੈ। ਬਹੁਤ ਵਜ਼ਨ ਕਰਦਾ ਹੈ, ਤਕਰੀਬਨ 1100 ਤੋਂ ਲੈ ਕੇ 1250 ਕਿਲੋਗ੍ਰਾਮ ਤੱਕ ਦਾ ਵਜ਼ਨ ਹੁੰਦਾ ਹੈ। ਉਸ ਤੋਂ ਬਾਅਦ ਸ਼ਾਰਲੇ ਹੁੰਦਾ ਫਰਾਂਸ ਤੋਂ। ਇਹਦੀ ਸਭ ਤੋਂ ਵੱਡੀ ਖਸੂਸੀਅਤ ਹੈ ਕਿ ਕੰਮ ਆਪਣਾ ਫੀਡ ਦੇ ਵਿੱਚ ਜ਼ਿਆਦਾ ਗਰੋਥ ਕਰਦਾ ਹੈ। ਫਿਰ ਲੈਮੋਜ਼ੀਨ ਹੈਗਾ ਫਰਾਂਸ ਤੋਂ, ਇਹਦੀ ਚੀਲਡ ਬਹੁਤ ਅੱਛੀ ਹੈ, ਸਰਦ ਮੌਸਮ ਨੂੰ ਜ਼ਿਆਦਾ ਪਸੰਦ ਕਰਦੇ ਨੇ। ਉਸ ਤੋਂ ਬਾਅਦ ਸਮੈਂਟਲ ਹੈਗਾ ਜਿਹੜਾ ਜਰਮਨੀ ਤੋਂ ਆ, ਇਹ ਵੀ ਬਹੁਤ ਅੱਛਾ ਬੁੱਲ ਹੈ, 1200 ਤੋਂ ਲੈ ਕੇ 1400 ਗ੍ਰਾਮ ਤੱਕ ਦੀ ਇਹ ਵਜ਼ਨ ਕਰਦਾ ਹੈ। ਬ੍ਰਾਹਮਣ ਹੈ ਉਸ ਤੋਂ ਬਾਅਦ, ਇਹ ਵੀ ਬਹੁਤ ਅੱਛਾ ਵਜ਼ਨ ਕਰਦਾ ਹੈ, ਲੇਕਿਨ ਉਹਨਾਂ ਦੇ ਮੁਕਾਬਲੇ 'ਚ ਜ਼ਿਆਦਾ ਨਹੀਂ ਕਰਦਾ ਹੈ, ਤਕਰੀਬਨ 900 ਤੋਂ ਲੈ ਕੇ 1100 ਤੱਕ ਵਜ਼ਨ ਕਰਦਾ ਹੈ। ਇਹ ਗਰਮ ਇਲਾਕਿਆਂ ਦੇ ਵਿੱਚ ਵੀ ਆਪਣਾ ਬਿਹਤਰੀਨ ਰਹਿੰਦੀ ਹੈ, ਅਤੇ ਪਾਕਿਸਤਾਨੀ ਮਾਹੌਲ ਦੇ ਮੁਤਾਬਕ ਬਹੁਤ ਬਿਹਤਰੀਨ ਜਾਨਵਰ ਹੈ। ਨੈਕਸਟ ਸਟੈਪ ਦੇ ਵਿੱਚ ਮੈਂ ਤੁਹਾਨੂੰ ਪਾਕਿਸਤਾਨ ਦੇ ਵਿੱਚ ਗੋਸ਼ਤ ਵਾਲੀਆਂ ਜਿਹੜੀਆਂ ਨਸਲਾਂ ਨੇ, ਜਿਹੜੀਆਂ ਬਰੀਡਾਂ ਨੇ, ਉਹਨਾਂ ਦੇ ਬਾਰੇ ਦੱਸਦਾ। ਸਾਹੀਵਾਲ ਨਸਲ ਹੈ ਜਿਹੜੀ ਕਿ ਗਰਮੀ ਨੂੰ ਬਰਦਾਸ਼ਤ ਕਰਦੀ ਹੈ, ਅਤੇ ਆਪਣਾ ਫੀਡ 'ਤੇ ਬਹੁਤ ਜਲਦੀ ਰਿਸਪੌਂਸ ਦਿੰਦੀ ਹੈ, ਅਤੇ ਬੜਾ ਅੱਛਾ ਵਜ਼ਨ ਗੇਨ ਕਰਦੀ ਹੈ। ਉਸ ਤੋਂ ਬਾਅਦ ਆਪਣਾ ਕਰਾਚੀ ਹੈ, ਸਿੰਧੀ ਨਸਲ ਹੈ, ਰੈੱਡ ਸਿੰਧੀ ਜਿਹਨੂੰ ਕਹਿੰਦੇ ਨੇ। ਇਹ ਵੀ ਇੱਕ ਅੱਛੀ ਨਸਲ ਹੈ, ਲੇਕਿਨ ਨਿਸਬਤਨ ਇਹ ਕਮ ਵਜ਼ਨ ਆਪਣਾ ਇਹਦਾ ਗੇਨ ਆਉਂਦਾ ਹੈ, ਅਤੇ ਲੇਕਿਨ ਫਿਰ ਵੀ ਮਕਾਮੀ ਫੀਡ ਦੇ ਉੱਤੇ ਇਹ ਅੱਛਾ ਇੱਕ ਸੋਰਸ ਹੈਗਾ ਫੈਟਰਿੰਗ ਵਾਸਤੇ। ਉਸ ਤੋਂ ਬਾਅਦ ਚੋਲਸਤਾਨੀ ਬਰੀਡ ਹੈ ਜਿਹੜੀ ਕਿ ਜਿਹਦੀ ਜਸਾਮਤ ਅਤੇ ਵਜ਼ਨ ਬੜੀ ਜਲਦੀ ਵੱਧਦਾ ਹੈ। ਸੈਰਾਤ ਗਰਮ ਇਲਾਕਿਆਂ ਵਾਸਤੇ ਬਹੁਤ ਮੌਜ਼ੂ ਹੈ, ਅਤੇ ਦੁੱਧ ਦੀ ਪੈਦਾਵਾਰ ਵਾਸਤੇ ਵੀ ਇਹ ਬਹੁਤ ਬਿਹਤਰੀਨ ਜਾਨਵਰ ਹੈਗਾ। ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਇਹ ਤਿੰਨ ਨਸਲਾਂ ਹੀ ਚੱਲਦੀਆਂ ਨੇ, ਜਿਹੜੀਆਂ ਕਿ ਫੈਟਰਿੰਗ ਵਾਸਤੇ ਮਿਲਦੀਆਂ ਵੀ ਨੇ। ਵੀਡੀਓ ਦੇ ਇਸ ਪੋਰਸ਼ਨ ਦੇ ਵਿੱਚ ਮੈਂ ਲਾਈਵ ਤੁਹਾਨੂੰ ਵੱਛਿਆਂ ਦੀ ਪਰਚੇਜ਼ਿੰਗ ਦੌਰਾਨ ਕੁਝ ਚੀਜ਼ਾਂ ਜੋ ਮੱਦੇਨਜ਼ਰ ਰੱਖਣੀਆਂ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਤੁਹਾਡੇ ਸਾਹਮਣੇ ਵੱਛੇ ਜਿਹੜੇ ਨੇ ਸਿਹਤਮੰਦ ਅੱਛੇ ਨਜ਼ਰ ਆ ਰਹੇ ਨੇ, ਇਹ ਖਰੀਦੇ ਜਾ ਸਕਦੇ ਨੇ। ਲੋਟ ਦੀ ਲੋਟ ਵੀ ਖਰੀਦੀ ਜਾ ਸਕਦੀ ਹੈ, ਜਿਵੇਂ ਕਿ ਇਹ ਦੋ ਵੱਛੇ ਨੇ, ਇਹ ਵੀ ਠੀਕ ਨੇ। ਇਹਨਾਂ ਦੀਆਂ ਲੱਤਾਂ ਦੇਖਣੀਆਂ ਨੇ ਤੁਸੀਂ, ਬਿਲਕੁਲ ਸਟਰੇਟ ਹੋਣ, ਅਤੇ ਇਹਨਾਂ ਦੀ ਦੁਮ ਲਿਬੜੀ ਨਾ ਹੋਵੇ, ਇਹਨਾਂ ਦਾ ਲੱਕ ਲਿਬੜਿਆ ਨਾ ਹੋਵੇ, ਸਿਹਤਮੰਦ ਨਜ਼ਰ ਆਉਣ, ਤਾਂ ਕਿ ਜਾਂਦੇ ਹੀ ਫੀਡ 'ਤੇ ਆਪਣਾ ਲੱਗ ਜਾਣ। ਇਸ ਤਰ੍ਹਾਂ ਦੇ ਵੱਛੇ ਖਰੀਦਣ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਨਾ ਹੈ। ਜੋ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, ਇਹ ਵੱਛੇ ਮੈਡੀਸਨ ਜ਼ਿਆਦਾ ਤੁਹਾਡੀ ਲਗਵਾਉਣਗੇ, ਅਤੇ ਖੁਰਾਕ ਜ਼ਿਆਦਾ ਖਾਣਗੇ, ਅਤੇ ਵੇਟ ਕੰਮ ਕਰਨਗੇ। ਅਤੇ ਕੋਸ਼ਿਸ਼ ਕਰਨੀ ਹੈ ਸਿਹਤਮੰਦ ਵੱਛਾ ਲੈ। ਤੁਹਾਡੇ ਸਾਹਮਣੇ ਇਹ ਵੱਛਾ ਜਿਹੜਾ, ਇਹੋ ਜਿਹੀ ਬਰੀਡ ਬਿਲਕੁਲ ਨਹੀਂ ਲੈਣੀ। ਫੈਟਨਿੰਗ ਵਾਸਤੇ ਹਮੇਸ਼ਾ ਕ੍ਰਾਸ ਐਨੀਮਲ ਦਾ ਇਸਤੇਮਾਲ ਕਰਨਾ। ਇਹ ਜਾਨਵਰ ਦੇਖੋ, ਇਹ ਉਹ ਪੰਜਾਬੀ ਜਿਹਨੂੰ ਕਹਿੰਦੇ ਨਾ ਘੜਕਦਾ ਪਿਆ ਜੇ, ਬਿਲਕੁਲ ਇਹੋ ਜਿਹਾ ਜਾਨਵਰ ਲੈ ਕੇ ਰਿਸਕ ਨਹੀਂ ਲੈਣਾ ਕਿ ਅਸੀਂ ਇਹਨੂੰ ਤਿਆਰ ਕਰ ਲਾਂਗੇ, ਅਸੀਂ ਇੰਝ ਕਰ ਲਾਂਗੇ, ਅਸੀਂ ਇੰਝ ਕਰ ਲਾਂਗੇ। ਤੁਹਾਡਾ ਸਾਰਾ ਵਕਤ ਮੈਡੀਸਨ ਦੇ ਉੱਤੇ ਜ਼ਾਇਆ ਹੋ ਜਾਣਾ। ਜਾਂ ਜਾਨਵਰ ਦੇਖੋ, ਇਹਨਾਂ ਨੇ ਜ਼ਿਆਦਾ ਫੀਡ ਖਾਣੀ ਹੈ, ਲੇਕਿਨ ਵੇਟ ਇਹਨਾਂ ਨੇ ਘੱਟ ਗੇਨ ਕਰਨਾ। ਬਿਲਕੁਲ ਪਰਹੇਜ਼ ਕਰਨੀ ਹੈ, ਕਿਸੇ ਕਿਸਮ ਦੀ ਲਾਲਚ ਨਹੀਂ ਆਉਣਾ ਵੀ ਇਹ ਸਸਤੇ ਮਿਲ ਰਹੇ ਨੇ, ਇਹ ਹੋ ਗਿਆ ਉਹ ਹੋ ਗਿਆ। ਬਿਲਕੁਲ ਨਹੀਂ ਇਹੋ ਜਿਹੇ ਜਾਨਵਰ ਖਰੀਦਣੇ, ਇਹ ਬਹੁਤ ਨੁਕਸਾਨ ਕਰਨਗੇ ਤੁਹਾਡਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਇਆਂ ਸਾਨੂੰ ਫੈਟਨਿੰਗ ਵਾਸਤੇ ਕਿਹੜੇ ਜਾਨਵਰ ਖਰੀਦਣੇ ਚਾਹੀਦੇ ਨੇ, ਜਿਹੜਾ ਕਿ ਹਰ ਦੋਸਤ ਦਾ ਸਵਾਲ ਹੈ। ਮੇਰਾ ਇਹਦਾ ਇਹੀ ਤਜਜ਼ੀਆ ਹੈ, ਇਹੀ ਰਿਜ਼ਲਟ ਹੈ ਕਿ ਪਾਕਿਸਤਾਨ ਵਾਸਤੇ ਫੈਟਨਿੰਗ ਵਾਸਤੇ ਕ੍ਰਾਸ ਦੇ ਜਾਨਵਰ ਖਰੀਦਣੇ ਚਾਹੀਦੇ ਨੇ। ਚਾਹੇ ਉਹ ਬ੍ਰਾਹਮਣ ਦਾ ਚੋਲਸਤਾਨੀ ਨਾਲ ਕ੍ਰਾਸ ਹੋਵੇ, ਚਾਹੇ ਉਹ ਬ੍ਰਾਹਮਣ ਦਾ ਸਾਹੀਵਾਲ ਨਾਲ ਕ੍ਰਾਸ ਹੋਵੇ, ਚਾਹੇ ਉਹ ਆਪਣਾ ਕਿਸੇ ਵੀ ਇੰਟਰਨੈਸ਼ਨਲ ਬੁੱਲ ਦਾ ਆਪਣਾ ਚੋਲਸਤਾਨੀ ਨਾਲ ਸਾਹੀਵਾਲ ਨਾਲ ਕ੍ਰਾਸ ਦੇ ਜਾਨਵਰ ਜਿਹੜੇ ਨੇ ਉਹ ਜ਼ਿਆਦਾ ਵੇਟ ਕਰਦੇ ਨੇ। ਜਿੱਥੇ ਇੱਕ ਸਾਹੀਵਾਲ ਦਾ ਵੱਛੜਾ ਨੋ ਡਾਊਟ ਉਹ ਗਰਮੀ ਬਰਦਾਸ਼ਤ ਕਰਨ ਦੀ ਖਸੂਸੀਅਤ ਰੱਖਦਾ, ਉਹਦੇ 'ਚ ਹੋਰ ਬੜੀਆਂ ਖਸੂਸੀਅਤ ਨੇ। ਬੜਾ ਉਹ ਕਈਆਂ ਲੋਕ ਕਹਿੰਦੇ ਨੇ ਉਹ ਬੜਾ ਸੋਹਣਾ ਲੱਗਦਾ, ਲੇਕਿਨ ਉਹ ਵੇਟ ਗੇਨ ਨਹੀਂ ਕਰਦਾ। ਉਹ ਤਕਰੀਬਨ 90 ਦਿਨ ਦੇ ਵਿੱਚ 100 ਤੋਂ ਲੈ ਕੇ 130 ਕਿਲੋਗ੍ਰਾਮ ਤੱਕ ਵੇਟ ਗੇਨ ਕਰਦਾ ਹੈ, ਜਦਕਿ ਕ੍ਰਾਸ ਦੀ ਬਰੀਡ ਜਿਹੜੀ ਹੈ ਉਹ 90 ਦਿਨ ਦੇ ਵਿੱਚ 150 ਤੋਂ ਲੈ ਕੇ 180 kg ਤੱਕ ਵੇਟ ਕਰਦਾ ਹੈ। ਜਦੋਂ ਅਸੀਂ ਫੈਟਨਿੰਗ 'ਤੇ ਕੰਮ ਕਰਨਾ ਹੋ ਰਹੇ ਚਾਹ ਰਹੇ ਹੁੰਦੇ ਹਾਂ, ਉਦੋਂ ਸਾਨੂੰ ਫੈਟਨਿੰਗ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ, ਵੇਟ ਗੇਨ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ।
ਅਤੇ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਅਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਨਸ਼ਾਅੱਲਾ ਰੋਜ਼ਾਨਾ ਇੱਕ ਬੱਚੇ ਨੂੰ ਕਿੰਨਾ ਵਜ਼ਨ ਵਧਾਉਣਾ ਚਾਹੀਦਾ ਇਹਦੇ ਬਾਰੇ ਦੱਸਾਂਗਾ, ਅਤੇ ਉਹਦੇ ਬਾਰੇ ਮੁਕੰਮਲ ਪਲਾਨ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੁਸੀਂ ਉਹਦੇ ਵਾਸਤੇ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਆਉਣ ਵਾਲੀ ਵੀਡੀਓ ਜਿਹੜੀ ਨਾ ਉਹ ਤੁਹਾਨੂੰ ਮਿਲ ਜਾਵੇ ਔਰ ਤੁਹਾਨੂੰ ਰਹਿਨੁਮਾਈ ਹੋ ਜਾਏ ਤੁਹਾਡੀ ਵੀ ਔਰ ਮੇਰਾ ਵੀ ਮਕਸਦ ਪੂਰਾ ਹੋ ਜਾਏ। ਇਨਸ਼ਾਅੱਲਾ ਤੁਹਾਨੂੰ ਪੂਰਾ ਦੱਸਾਂਗਾ ਕਿ 90 ਦਿਨ ਦੇ ਵਿੱਚ ਬੱਚਾ ਕਿਵੇਂ ਗਰੋਥ ਕਰੇਗਾ ਔਰ ਕਿਵੇਂ ਤੁਹਾਡੇ ਵਾਸਤੇ ਇੱਕ ਮੁਨਾਫਾਬਖਸ਼ ਬਿਜ਼ਨਸ ਸਾਬਤ ਹੋਏਗਾ। ਇਨਸ਼ਾਅੱਲਾ ਰੱਬ ਰਾਖਾ।